जी अस्सलाम वालेकुम दोस्तों, मैं हूं अमजद मलिक और आप देख रहे हैं हमारा यूट्यूब चैनल पंजाब दी शान मक्खी चीना। अज दा साडा टॉपिक खुराक दे हवाले नाल मौसम दी तब्दीली और बकरियां दे विच जिहड़े साड़ू दे मामलात आ रहे ने उस टॉपिक ते असी गल करांगे। साडे नाल अज दी वीडियो दे विच मौजूद ने कारी रियाज साहब और बहावल नगर तो इन्हां दा जी तलक है और एहसान खान खिची गोट फार्म के ओनर ने। कारी साहब अस्सलाम वालेकुम, क्या हाल जी है? वालेकुम सलाम जी। मलक साहब क्या हाल है जी? ठीक हो? खैरियत नाल अल्हम्दुलिल्लाह, हो? शुक्र है अल्लाह पाक दी ज़ात दा, ਸਭ करम है ਤੋਂ मालिक। ਪਹਿਲਾਂ ਤਾਂ ਮਲਕ ਸਾਹਿਬ ਤੁਹਾਡਾ ਸ਼ੁਕਰੀਆ ਕਿ ਤੁਸੀਂ ਤਸ਼ਰੀਫ ਲਿਆਏ ਜੀ। ਕੀਮਤੀ ਟਾਈਮ 8 ਦਿਨਾਂ ਬਾਅਦ ਤੁਹਾਨੂੰ ਇੱਕ ਛੁੱਟੀ ਹੁੰਦੀ ਹੈ ਜੀ, जी जी ਤੇ ਛੁੱਟੀ ਰੈਸਟ ਵਾਸਤੇ ਹੁੰਦੀ ਇਤਵਾਰ ਦੇ ਦਿਨ ਜੀ। ਤੇ जी कर स ਤੁਸੀਂ ਇਸ ਸ਼ੌਕ ਵਾਸਤੇ ਤੇ ਇਸ ਮੱਖੀ ਚੀਨੇ ਆਪਣਾ ਸ਼ੌਕ ਵਾਸਤੇ, ਆਪਣੇ ਚੈਨਲ ਵਾਸਤੇ, ਲੋਕਾਂ ਦੀ ਫਲਾਹ ਵਾਸਤੇ ਤੇ ਲੋਕਾਂ ਦੀ ਬਿਹਤਰੀ ਵਾਸਤੇ जी कर ਤੁਸੀਂ साहब ਵੀਡੀਓਜ਼ ਬਣਾਉਂਦੇ ਹੋ। ਕੁਛ ਵੀਡੀਓਜ਼ ਫਾਰਮਾਂ ਦੀ ਬਣਾਉਂਦੇ ਹੋ, ਕੁਛ ਵੀਡੀਓ ਤੁਸੀਂ ਜਾ ਕੇ ਇੰਟਰਵਿਊਜ਼ ਕਰਦੇ ਹੋ। ਇਸ ਦੇ ਵਿੱਚ ਜਿਹੜਾ ਬੰਦਾ ਤੁਹਾਡਾ ਇੰਟਰਵਿਊ ਸੁਣੇਗਾ ਚੈਨਲ ਦੇ ਉੱਤੇ ਆ ਕੇ, ਉਹਨੂੰ ਤਸੱਲੀ ਦੇ ਨਾਲ ਤਜਰਬਾਕਾਰ ਲੋਕਾਂ ਦਾ, ਉਸਤਾਦ ਲੋਕਾਂ ਦੀ ਗੱਲ ਗੁਫ਼ਤਗੂ, ਜ਼ਾਹਿਰ ਹੈ ਕਿ ਚੈਨਲ ਵਾਲਾ ਕੋਈ ਵੀ ਐਸਾ ਨਹੀਂ ਹੁੰਦਾ ਕਿ ਜਿਹੜਾ ਅਨਾੜੀ ਬੰਦੇ ਕੋਲ ਜਾ ਕੇ ਵੀਡੀਓ ਬਣਾਉਂਦਾ ਹੈ। जी बिल्कुल इस तरह। ਮਲਕ ਸਾਹਿਬ ਹਰ ਬੰਦੇ ਦੀ ਕੋਸ਼ਿਸ਼ ਬਿਹਤਰ ਤੋਂ ਬਿਹਤਰ ਹੁੰਦੀ ਹੈ ਕਿ ਮੈਂ ਅੱਛੀ ਕਿਸੇ ਭਾਈ ਕੋਲ ਜਾਵਾਂ, ਤਜਰਬਾਕਾਰ ਆਦਮੀ ਕੋਲ ਜਾਵਾਂ ਤੇ ਉਹਦਾ ਤਜਰਬਾ ਮੈਂ ਲੋਕਾਂ ਤੱਕ ਪਹੁੰਚਾਵਾਂ ਤੇ ਇਹ ਸਦਕਾ ਜਾਰੀ ਹੈ ਤੇ ਮੈਨੂੰ ਵੀ ਸਵਾਬ ਹੋਏਗਾ ਤੇ ਲੋਕਾਂ ਦਾ ਫਾਇਦਾ ਹੋਏਗਾ। जी बिल्कुल इस तरह। ਅੱਜ ਦਾ ਮਲਕ ਸਾਹਿਬ ਆਪਣਾ ਟੌਪਿਕ ਹੈ ਕਿ ਸਰਦੀ ਆ ਰਹੀ ਹੈ ਜੀ। जी ਸਰਦੀ ਆ ਰਹੀ ਹੈ ਤੇ ਸਰਦੀਆਂ ਦੇ ਵਿੱਚ ਜਾਨਵਰਾਂ ਨੂੰ ਬਚਾਉਣਾ ਕਿਸ ਤਰੀਕੇ ਤੇ ਸਰਦੀਆਂ 'ਚ ਖੁਰਾਕ ਕਿਹੜੀ ਦੇਣੀ ਹੈ ਤੇ ਜਿਹੜਾ ਸਾੜੂ ਦਾ ਮਾਮਲਾ ਹੈ, जी जी ਇਹ ਬੱਕਰੀਆਂ ਨੂੰ ਸਾੜੂ ਕਿਸ ਵਜ੍ਹਾ ਤੋਂ ਹੁੰਦੀ ਹੈ, जी बिल्कुल। ਇਹਦੇ ਬਾਰੇ ਆਪਾਂ ਜੀ ਅੱਜ ਡਿਸਕਸ ਕਰਨੀ ਹੈ। जी इंशाल्लाह कर सब। ਹਮੇਸ਼ਾ ਮਲਕ ਸਾਹਿਬ ਜਿਸ ਟਾਈਮ ਮੌਸਮ ਚੇਂਜ ਹੁੰਦਾ ਹੈ, ਸਰਦੀ ਚੱਲ ਰਹੀ ਹੈ ਕੰਟੀਨਿਊ, ਤੇ ਸਰਦੀ ਜਿਸ ਵੇਲੇ ਜਾਏਗੀ ਤੇ ਜਾਨਵਰਾਂ ਨੂੰ ਮੇਰਾ ਮਤਲਬ ਬਿਮਾਰੀ ਅਟੈਕ ਕਰਦੀ ਹੈ। जी ਦੂਸਰਾ ਟੌਪਿਕ ਇਹ ਹੈ ਕਿ ਗਰਮੀ ਚੱਲ ਰਹੀ ਹੈ ਤੇ ਗਰਮੀ ਜਿਸ ਵੇਲੇ ਜਾਏਗੀ ਤੇ ਸਰਦੀ ਆ ਰਹੀ ਹੈ ਤੇ ਤੁਸੀਂ ਜਿਸ ਟਾਈਮ ਹੀ, ਮੇਰਾ ਮਤਲਬ ਹੈਗਾ ਹੈ ਕਿ ਜਾਨਵਰ ਗਰਮੀ ਤੋਂ ਸਰਦੀ ਵੱਲ ਸ਼ਿਫਟ ਹੋਣਗੇ ਤੇ ਬਿਮਾਰੀ ਅਟੈਕ ਕਰਦੀ ਹੈ ਜੀ। जी इस तरह। ਇਹਦੇ ਵਿੱਚ ਇਹ ਹੈਗਾ ਹੈ ਕਿ ਫਾਰਮਰ ਹਜ਼ਰਾਤ ਪੂਰੇ ਪਾਕਿਸਤਾਨ ਤੇ ਪੂਰੀ ਦੁਨੀਆ ਤੇ ਜਿੱਥੇ ਜਿੱਥੇ ਦੋਸਤ ਸੁਣਦੇ ਨੇ, ਸਾਨੂੰ ਦੇਖਦੇ ਨੇ ਮੁਖਤਲਿਫ ਚੈਨਲਾਂ ਤੇ, ਮਲਕ ਸਾਹਿਬ ਇਹ ਤਵੱਜੋ ਦੇ ਨਾਲ ਇਹ ਗੁਫ਼ਤਗੂ ਸੁਣਨੀ ਹੈ ਔਰ ਇਸ ਗੁਫ਼ਤਗੂ ਦੇ ਵਿੱਚ ਇਨਸ਼ਾਅੱਲਾ ਜਿਹੜਾ ਵੀਡੀਓ ਦੇਖੇਗਾ ਉਹਨੂੰ ਫਾਇਦਾ ਹੋਏਗਾ ਜੀ। इंशाल्लाह। ਫਾਇਦਾ ਹੋਏਗਾ ਤੇ ਸਾਨੂੰ ਦੁਆ ਮਿਲੇਗੀ ਜੀ। जी बिल्कुल। ਗਰਮੀ ਦਾ ਖੁਰਾਕ ਚੱਲ ਰਹੀ ਹੈ ਜੀ। ਬਹਾਵਲ ਨਗਰ ਜ਼ਿਲ੍ਹੇ ਦੇ ਇਲਾਕੇ ਦੇ ਵਿੱਚ ਜੰਤਰ ਚੱਲ ਰਿਹਾ। ਜਾਨਵਰ ਜੰਤਰ ਤੋਂ ਆਹਿਸਤਾ ਆਹਿਸਤਾ ਸ਼ਿਫਟ ਕਪਾਹ ਤੇ ਹੋ ਰਹੇ ਨੇ, ਯਾਨੀ ਨਰਮੇ ਤੇ। जी बिल्कुल। ਸਾਡੇ ਲਈ ਕਾਟਨ ਹੁੰਦੀ ਹੈ ਤੇ ਕਾਟਨ ਦੀ ਕਾਸ਼ਤ ਜਿਸ ਵੇਲੇ ਆਪਣਾ ਫਸਲ ਖਤਮ ਹੁੰਦੀ ਹੈ ਤੇ ਉਹਨੂੰ ਖਤਮ ਕਰਕੇ ਤੇ ਉਸ ਕਾਟਨ ਵਾਲੀ ਜਗ੍ਹਾ ਤੇ ਕਣਕ ਕਾਸ਼ਤ ਕੀਤੀ ਜਾਂਦੀ ਹੈ ਜੀ। ठीक है। ਹੁਣ ਸਾਡੀਆਂ ਬੱਕਰੀਆਂ, ਕਿਉਂਕਿ ਜੰਤਰ ਦਾ ਐਂਡ ਹੋ ਰਿਹਾ ਹੈ ਜ਼ਿਲ੍ਹੇ ਬਹਾਵਲ ਨਗਰ ਦੇ ਵਿੱਚ, ਹੁਣ ਜੀ। ਬੱਕਰੀਆਂ ਜਾ ਰਹੀਆਂ ਨਗਾ ਨਰਮੇ ਤੇ ਜੀ। ठीक। ਨਰਮੇ ਤੋਂ ਬਾਅਦ ਬੱਕਰੀਆਂ ਅਸੀਂ ਖੁਸ਼ਕ ਚਾਰਾ ਜਾਤ ਤੇ ਕਰ ਦੇਵਾਂਗੇ। अच्छा। ਯਾਨੀ ਜੰਤਰ ਖਵਾਉਂਦੇ ਅਸੀਂ ਨਰਮੇ ਤੇ ਲਿਆ ਰਹੇ ਹਾਂ। ਜਾਨਵਰਾਂ ਦਾ ਮਿਹਦਾ ਡਿਸਟਰਬ ਨਹੀਂ ਹੁੰਦਾ। ਜਾਨਵਰ ਜਿਹੜਾ ਹੈਗਾ ਨਾ ਯਕਦਮ ਖੁਰਾਕ ਚੇਂਜ ਕਰੀਏ ਨਾ ਜੀ ਤੇ ਜਾਨਵਰ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ ਹੈ, ठीक। ਕਿਉਂਕਿ ਬਰਦਾਸ਼ਤ ਨਹੀਂ ਕਰਦਾ। ਇਹਦੀ ਮਿਸਾਲ ਇਹ ਹੈ ਕਿ ਇੱਕ ਆਦਮੀ ਲਾਹੌਰ ਸ਼ਹਿਰ ਦੇ ਵਿੱਚ ਦੁੱਧ ਪੀਂਦਾ ਹੈ ਤੇ ਇੱਕ ਆਦਮੀ ਪਿੰਡ ਜਿਸ ਟਾਈਮ ਚਲਾ ਜਾਂਦਾ ਹੈ ਤੇ ਖਾਲਿਦ ਦੁੱਧ ਪੀਂਦਾ ਹੈ ਤੇ ਉਹਨੂੰ ਮੋਸ਼ਨ ਲੱਗ ਜਾਂਦੇ ਨੇ, ਉਹਦੀ ਤਬੀਅਤ ਖਰਾਬ ਹੋ ਜਾਂਦੀ ਹੈ। जी ਇਸੇ ਤਰੀਕੇ ਜਾਨਵਰ ਜਿਹੜਾ ਹੈਗਾ ਜਿਸ ਟਾਈਮ ਇੱਕ ਖੁਰਾਕ ਤੋਂ ਦੂਜੀ ਖੁਰਾਕ ਤੇ ਜਾਂਦਾ ਉਹਨੂੰ ਪ੍ਰੋਬਲਮ ਆਉਂਦੀ ਹੈ। जी ਯਾਨੀ ਜੰਤਰ ਤੋਂ ਜਾਨਵਰ ਸ਼ਿਫਟ ਹੋਇਆ ਤੇ ਚਲਾ ਗਿਆ ਆਪਣਾ ਇਸ ਤੇ ਕਪਾਹ ਤੇ। कबात। ਕਪਾਹ ਤੋਂ ਜਾਨਵਰ ਜਿਸੇ ਕਪਾਵਾਂ ਖਤਮ ਹੋਣੀਆਂ ਤੇ ਜਾਨਵਰ ਆ ਜਾਣਾ ਲੂਸਣ ਤੇ ਜੀ। ਅਸੀਂ ਜਿਹੜੀ ਖੁਰਾਕ ਪਾਉਂਦੇ ਆ ਨਾ ਜੀ, ਸਾਡੇ ਚੰਦ ਹਜ਼ਰਾਤ ਜਿਵੇਂ ਜਿਵੇਂ ਕਿਸ ਨੂੰ ਦੇ ਵਸੈਲ ਹਨ, ਜਿਵੇਂ ਜਿਵੇਂ ਕਿਸੇ ਦੇ ਆਪਣਾ ਇਲਾਕੇ ਦੇ ਵਿੱਚ ਚੀਜ਼ ਮਿਲਦੀ ਉਸ ਤੇ ਸ਼ਿਫਟ ਕਰਦਾ ਹੈ। ਕੁਝ ਲੋਕ ਗੁਆਰਾ ਪਾਣਗੇ ਸਰਦੀ ਦੇ ਵਿੱਚ, ਕੁਝ ਲੋਕ ਉਸ ਤੋਂ ਬਾਅਦ ਪੇਵਾ ਪਾਣਗੇ ਜੀ ਬਨੌਲਾ, ਕੁਝ ਖਲ ਪਾਣਗੇ, ਕੁਝ ਕਣਕ, ਮੱਕੀ, ਚਨਾ, ਚਨੇ ਦਾ ਛਿਲਕਾ। जी कर सब। ਯਾਨੀ ਇਹ ਚੀਜ਼ਾਂ ਦੱਸ ਰਿਹਾ ਇਸ ਵਾਸਤੇ ਤੁਹਾਡੇ ਜਿੰਨੇ ਤੁਹਾਡੇ ਚੈਨਲ ਤੇ ਸਬਸਕ੍ਰਾਈਬਰ ਹੈਗੇ ਨੇ, ਫਾਲੋਅਰ ਹੈਗੇ ਨੇ, ਲਵਰ ਹੈਗੇ ਨੇ, ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਨੇ ਵਾਲਾ ਕਮਜੋ ਸਾਹਿਬ, जी सर। ਇਹ ਉਹਨਾਂ ਵਾਸਤੇ ਖਸੂਸੀ ਕਿ ਉਹ ਵੀਡੀਓ ਸੁਣਨ ਤੇ ਸਰਦੀਆਂ ਆਉਣ ਤੋਂ ਪਹਿਲੇ ਆਪਣੇ ਜਾਨਵਰਾਂ ਦਾ ਇੰਤਜ਼ਾਮ ਕਰ ਸਕਣ। हाँ जी।
यानी जिस टाइम गुआरा लूसन और करा मूंगी का मिलता है, चनिया का भुस्सा मिलता है, टांगरी का भुस्सा मिलता है। उस तो बाद कणक है। इस टाइम कणक सस्ती है, अलहमदुलिल्लाह, अल्लाह का शुक्र है कि हर गरीब अमीर कणक खा सकेगा। कणक लैके अपने जानवरों वास्ते रख लो सर्दियों के वास्ते। नाल ही तुसी मक्की पाओ, विच चने दा अटैच कर लो, चने कर लो। चनिया तो बाद चनिया दा छिलका जिहड़ा है, ये चार चीज़ां नूं मिक्स करके कुछ लोग मलक साहब नाल बनौला पाਉਂਦੇ ਨੇ, खल बनौला, अच्छा ਉਹਨੂੰ ਵੀ ਐਡ ਕਰ ਲੈਂਦੇ ਨਾਲ। ਖਲ ਸਪੈਸ਼ਲ ਉੱਥੇ ਵੇਲੀਆਂ ਤੇ ਜਿੱਥੇ ਲੋਕ ਬਿਸਤਰਿਆਂ ਵਾਸਤੇ ਕਪਾਹ ਕਾਟਨ ਕਢਾਉਂਦੇ ਨੇ ਆਪਣੀ ਸਪੈਸ਼ਲ, ਉਸ ਜਗ੍ਹਾ ਤੋਂ ਖਲ ਬਰੀਕ ਵੀ ਮਿਲ ਸਕਦੀ ਹੈ। अच्छा ਬੱਕਰੀਆਂ ਵਾਸਤੇ, ਯਾਨੀ ਉਹ ਛੋਟੀ ਟੁਕੜੀ ਹੁੰਦੀ ਹੈ। अच्छा ਕੁਝ ਮੱਝਾਂ ਗਾਵਾਂ ਵਾਸਤੇ ਹੁੰਦੀ ਹੈ ਤੇ ਕੁਝ ਛੋਟੀ ਟੁਕੜੀ ਹੁੰਦੀ ਹੈ। ਉਹ ਲੈ ਕੇ ਤੇ ਤੁਸੀਂ ਜਿਹੜਾ ਨਾ ਆਪਣੇ ਜਾਨਵਰਾਂ ਤੇ ਇਸਤੇਮਾਲ ਕਰੋ। ਸਰਦੀਆਂ ਦੇ ਵਿੱਚ ਤੁਸੀਂ ਹਰਾ ਚਾਰਾ ਨਹੀਂ ਪਾਣਾ, ठीक है ਗ੍ਰੀਨ ਚਾਰਾ ਨਹੀਂ ਨਹੀਂ ਪਾਣਾ। ਤੁਸੀਂ ਸਰਦੀਆਂ ਦੇ ਵਿੱਚ ਜਾਨਵਰ ਨੂੰ ਖੁਸ਼ਕ ਰੱਖੋਗੇ, ਤੁਹਾਡੇ ਜਾਨਵਰ ਠੀਕ ਰਹਿਣਗੇ, ਤੁਹਾਡੇ ਜਾਨਵਰ ਬਿਮਾਰ ਨਹੀਂ ਹੋਣਗੇ, ਤੁਹਾਡਾ ਵਾੜਾ ਸੁੱਕਾ ਰਹੇਗਾ। ਤੁਹਾਡੇ ਵਾੜੇ ਵਾਲੀ ਜਗ੍ਹਾ ਉਹ ਜਿਤਨੀ ਖੁਸ਼ਕ ਰਹੇਗੀ, जितनी खुश्क खुराक पाओगे, सर्दियों के ਵਿੱਚ ਤੁਹਾਡੇ ਜਾਨਵਰ ਨੂੰ ਨਜ਼ਲਾ नहीं होएगा, खांसी नहीं होएगी, PPR ਦਾ ਅਟੈਕ नहीं होएगा, बुखार नहीं होएगा। ਇਹ ਸਾਰੀਆਂ ਅਲਾਮਤਾਂ ਕਿਸ ਵਜ੍ਹਾ ਤੋਂ ਹੋਣਗੀਆਂ ਕਿ ਤੁਸੀਂ ਜਾਨਵਰ ਤੁਹਾਡਾ ਖੁਸ਼ਕ ਖੁਰਾਕ ਤੇ ਰੱਖੋਗੇ। ਤਾਂ ये आसान है जी, चाय इधर लाओ बेटा। ਖੁਸ਼ਕ ਖੁਰਾਕ ਤੇ ਜਿਸ ਟਾਈਮ ਤੁਸੀਂ ਰੱਖਣਾ ਹੈ ਨਾ ਜੀ, जी जी ਤੇ ਉਸ ਟਾਈਮ ਤੁਹਾਡਾ ਜਾਨਵਰ ਬਹੁਤ ਸਿੱਟ ਰਹੇਗਾ ਜੀ। जी ठीक कर साहब। ਜਿਸ ਟਾਈਮ ਤੁਸੀਂ ਉੱਤੋਂ ਸਰਦੀ ਹੈਗੀ ਹੈ ਜੀ, ਸਰਦੀ ਦੇ ਵਿੱਚ ਤੁਸੀਂ ਜਿਸ ਟਾਈਮ ਜਾਨਵਰ ਨੂੰ ਹਰਾ ਖੁਰਾਕ ਪਾਉਂਦੇ ਹੋ, ਸਮਝੋ ਜੌਂਤਰੀ ਪਾ ਲੈਂਦੇ ਹੋ, ਤੁਸੀਂ ਉਸ ਨੂੰ ਲੂਸਣ ਪਾਉਂਦੇ ਹੋ, ਹਰਾ ਬਰਸੀਨ ਪਾਉਂਦੇ ਹੋ, ਤੋਰੀਆ ਪਾਉਂਦੇ ਹੋ, ਸਰੋਂ ਪਾਉਂਦੇ ਹੋ। जिसे हरा काट के पाओगे तो उसे टाइम बकरी यूरन करेगी, पेशाब करेगी, बार बार पेशाब करेगी। उस दा रज बकरी ਨੂੰ थोड़ी देर रहता है। ठीक उस तो बाद बकरी ਜਿਹੜੀ ਹੈ पेट नाल ला जाएगी, वो पानी थल्ले होएगा, जगह गिल्ली हो जाएगी, उत्थे बैक्टीरिया पैदा होएगा, गैस पैदा होएगी, बकरी ਤੁਹਾਡੀ बीमार होएगी, बीमार हो जाएगी। ठीक है जी। बिल्कुल ठीक है। सर्दियां ते खुश्क रखना है। खुश्क ਦੇ ਵਿੱਚ ਗੁਆਰਾ, ਰਿਪੀਟ ਗੱਲ ਮੈਂ ਤਾਂ ਕਰਨਾ ਜੀ ਕਿ ਕਰ। YouTube ਤੇ ਕੋਈ ਐਸੇ ਲੋਕ ਹਨ, ਉਹ ਵੀਡੀਓ ਅੱਗੇ ਚੱਲ ਜਾਂਦੀ, ਉਹਨਾਂ ਦੀ ਸਮਝ ਵਿੱਚ ਨਹੀਂ ਹੁੰਦੀ ਗੁਆਰਾ ਕੀ ਹੈ, ਉਹ ਫਿਰ ਰਿਪੀਟ ਕਰਕੇ ਸੁਣਦੇ ਨੇ। ਗੱਲ ਮੌਜੂ ਸਾਡਾ ਇੱਕੋ ਹੈ ਨਾ ਜੀ, ਅੱਜ ਕੇ ਸਰਦੀਆਂ ਆ ਰਹੀਆਂ ਤੇ ਸਰਦੀਆਂ ਜਾਨਵਰਾਂ ਨੂੰ ਕਿਵੇਂ ਬਚਾਉਣਾ ਹੈ ਅਸੀਂ। बिल्कुल इस तरह। ਯਾਨੀ ਤੁਸੀਂ ਜਿਹੜੇ ਤੁਹਾਡੇ ਇਲਾਕੇ ਨੇ, ਤਲਾ ਗੰਗ ਹੋ ਗਿਆ, ਚਕਵਾਲ ਹੋ ਗਿਆ, ਪਿੰਡੀ ਗੇਬ ਹੋ ਗਿਆ, ਅਟਕ, ਟੈਕਸਲਾ, फैसलाबाद और दूसरा अपना पिंडी इस्लामाबाद जी 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 कर इधर ਤੁਹਾਡੇ ਸਰਦੀਆਂ ਦੇ ਵਿੱਚ ਲੋਕ ਕੋਈ ਤਾਂ ਪਾਉਂਦੇ ਨੇ ਮੂੰਗਫਲੀ ਦੀ ਟਾਂਗਰੀ ਪਾਉਂਦੇ ਨੇ जी बिल्कुल ਕੋਈ ਜੌਂਤਰੀ ਪਾਉਂਦੇ ਨੇ ਕੋਈ ਰਿੰਜਕਾ ਪਾਉਂਦੇ ਨੇ ਲੂਸਣ ਤੇ ਕੋਈ ਬਰਸੀਨ ਪਾਉਂਦੇ ਨੇ जी कर सकते। ਯਾਨੀ ਉਹ ਗ੍ਰੀਨ ਖੁਰਾਕਾਂ ਸਾਡੇ ਇਧਰ ਨਰਮਾ ਚੱਲ ਰਿਹਾ ਉਧਰ ਤੁਹਾਡੇ ਇਹ ਖੁਰਾਕ ਚੱਲੇਗੀ हाँ जी ਲਿਹਾਜ਼ਾ ਪੂਰੇ ਪਾਕਿਸਤਾਨ ਦੇ 4 ਸੂਬੇ ਨੇ 4 ਸੂਬਿਆਂ ਦੇ ਵਿੱਚ ਸਰਦੀ ਦੇ ਵਿੱਚ ਹਰਾ ਨਹੀਂ ਪਾਣਾ ਖੁਸ਼ਕ ਪਾਣਾ ਹੈ बिल्कुल ਜਿੰਦੇ ਵਿੱਚ 11ਵਾਂ ਮਹੀਨਾ 12ਵਾਂ ਮਹੀਨਾ ਪਹਿਲਾ ਮਹੀਨਾ ਦੂਸਰਾ ਮਹੀਨਾ ठीक है 4 ਮਹੀਨੇ ਜਾਨਵਰ ਨੂੰ ਤੁਸੀਂ ਖੁਸ਼ਕ ਤੇ ਰੱਖਣਾ ਹੈ ਤੁਹਾਡੀ ਵੀਡੀਓ ਸੁਣ ਕੇ ਜਾਨਵਰਾਂ ਨੂੰ ਖੁਰਾਕ ਪਾ ਕੇ ਜਾਨਵਰ ਕਿਸੇ ਬੰਦੇ 15 ਰੱਖੇ ਨੇ ਤੇ 3 ਜਾਨਵਰ ਸੇਲ ਕਰ ਦੇਵੇ ठीक है 3 ਜਾਨਵਰ ਸੇਲ ਕਰਕੇ ਤੇ ਉਹਨਾਂ ਦੀ 4 ਮਹੀਨਿਆਂ ਦੀ ਖੁਰਾਕ ਉਹ ਲੈ ਕੇ ਤੇ ਆਪਣੇ ਗੋਦਾਮ ਵਿੱਚ ਰੱਖ ਲਵੇ ਕਾਰੀ ਸਾਹਿਬ ਦੀ ਗੱਲ ਨੂੰ ਜੀ ਮੈਂ ਥੋੜਾ ਜਿਹਾ ਵਜ਼ਾਹਤ ਕਰਨਾ ਚਾਹਨਾ ਕਿ ਸਰਦੀਆਂ ਦੇ ਵਿੱਚ 60 ਨਹੀਂ 8 ਦਾ ਫਾਰਮੂਲਾ ਅਪਣਾਓ ਜੀ ਜਾਨਵਰਾਂ ਦੀ ਤਾਦਾਦ ਥੋੜੀ ਕਮ ਕਰ ਦਿਓ ਉਹਨਾਂ ਦੀ ਖੁਰਾਕ ਵਧਾ ਦਿਓ ਤਾਂ ਕਿ ਜਨਾਬ ਤੁਹਾਡੇ ਜਿਹੜੇ ਮੈਡੀਸਨ ਨੇ ਮਾਮਲਾਤ ਨੇ ਜਾਂ ਅਮਵਾਤ ਦੇ ਮਾਮਲਾਤ ਨੇ ਉਹ ਖਤਮ ਹੋ ਜਾਣ ਜੀ ਕਾਰੀ ਸਾਹਿਬ ਕੰਟੀਨਿਊ ਉਹਦੇ ਕਰੋ ਵਿੱਚ ਇਹ ਹੈ ਸਰ ਕਿ ਜਿਸ ਟਾਈਮ ਤੁਸੀਂ ਜਾਨਵਰ ਰੱਖਣੇ ਨੂੰ ਜ਼ਿਆਦਾ ਤੁਹਾਡੇ ਕੋਲ ਜਾਨਵਰ ਤੇ ਉਹਨਾਂ ਦੀ ਖੁਰਾਕ ਨਹੀਂ ਹੋਏਗੀ ਤੁਹਾਡੇ ਮਗਰ ਤੁਹਾਡੇ ਬੈਕ ਤੇ ਤੁਹਾਡੇ ਕੋਲ ਖੁਰਾਕ ਨਹੀਂ ਹੋਗੀ ਜਿਸ ਤਰੀਕੇ ਮੈਂ ਮੁxtਲਿਫ ਵੀਡੀਓਜ਼ ਦੇ ਵਿੱਚ ਜ਼ਿਕਰ ਕਰਦਾ ਹੁੰਨਾ ਕਿ ਤੁਸੀਂ 50 ਲੱਖ ਰੁਪਈਆ ਜਾਨਵਰਾਂ ਤੇ ਲਾਇਆ ਤੇ ਫਾਰਮ ਤੇ ਲਾਇਆ ਤੇ 50 ਲੱਖ ਤੁਹਾਡੇ ਕੋਲ ਬੈਕ ਤੇ ਹੋਣਾ ਜ਼ਰੂਰੀ ਹੈ ਫਿਰ ਤੁਸੀਂ ਕਾਮਯਾਬ ਤਰੀਨ ਫਾਰਮਰ ਜੀ ਖੁਰਾਕ ਔਰ ਇਹ ਨਹੀਂ ਕਿ ਤੁਹਾਡੇ ਕੋਲ
ਯਾਨੀ 50 ਲੱਖ ਰੁਪਈਆ ਇਨਵੈਸਟਮੈਂਟ ਹੈ ਤੇ 50 ਲੱਖ ਤੁਸੀਂ ਇੱਧਰ ਲਾ ਦਿਓ ਤੇ ਤੁਹਾਡੇ ਬੈਂਕ ਤੇ ਪੈਸੇ ਨਹੀਂ, ਤੁਹਾਨੂੰ ਫਿਰ ਜਾਨਵਰ ਨੂੰ ਬਿਮਾਰੀ ਵੀ ਆਣੀ ਹੈ, ਸਰਦੀ ਗਰਮੀ ਖੁਰਾਕ ਵੈਕਸੀਨ ਸਭ ਚੀਜ਼ਾਂ ਤੁਹਾਨੂੰ ਕਰਾਉਣੀਆਂ ਪੈਣੀਆਂ। ਮੁਲਾਜ਼ਮਾਂ ਦੇ ਖਰਚੇ ਸਾਰੇ ਉਹ ਤੁਹਾਡੇ ਕੋਲ ਕੰਟੀਨਿਊ ਹੋਣੇ ਚਾਹੀਦੇ ਨੇ। ਮੁਲਾਜ਼ਮ ਜਿਤਨਾ ਤੁਹਾਡਾ ਖੁਸ਼ਹਾਲ ਰਹੇਗਾ ਤੁਹਾਡੇ ਜਾਨਵਰਾਂ ਦੀ ਉਤਨੀ ਜ਼ਿਆਦਾ ਉਹ ਕੇਅਰ ਕਰੇਗਾ। ਬਿਲਕੁਲ ਇਸ ਤਰ੍ਹਾਂ। ਜਿਤਨੀ ਤੁਸੀਂ ਮੁਲਾਜ਼ਮ ਨੂੰ ਪਿਆਰ ਕਰੋਗੇ, ਜਿਤਨਾ ਮੁਲਾਜ਼ਮ ਨੂੰ ਸਹੂਲੀਅਤ ਦਿਓਗੇ, ਉਹ ਤੁਹਾਨੂੰ ਡਬਲ ਹੋ ਕੇ ਵਾਪਸ ਮਿਲੇਗਾ, ਕਿਉਂਕਿ ਉਤਨਾ ਹੀ ਉਹ ਤੁਹਾਡੇ ਜਾਨਵਰਾਂ ਤੇ ਕੇਅਰ ਕਰੇਗਾ ਤੇ ਜਾਨਵਰਾਂ ਨੂੰ ਸੰਭਾਲੇਗਾ। ਕੀ ਬਾਤ ਹੈ, ਕੀ ਬਾਤ। ਦੂਸਰਾ ਸਰ ਇਹ ਹੈਗਾ ਹੈ ਕਿ ਇਹ ਸਰਦੀ ਦੀ ਤੇ ਗਰਮੀ ਦੀ ਤੇ ਇੱਕ ਚਾਰੇ ਤੋਂ ਦੂਜੇ ਚਾਰੇ ਤੇ ਜਾਨਵਰ ਨੂੰ ਸ਼ਿਫਟ ਕਰਨਾ ਹੈ। ਮੌਸਮ ਗਰਮੀ ਦਾ ਜਾਂਦਾ ਹੈ ਤੇ ਸਰਦੀ ਆਂਦੀ ਹੈ ਤੇ ਜਾਨਵਰਾਂ ਨੂੰ ਪੀਪੀਆਰ ਦਾ ਅਟੈਕ ਹੁੰਦਾ ਹੈ। ਯਾਨੀ ਪੀਪੀਆਰ ਦਾ ਸਰਦੀਆਂ ਤੋਂ ਪਹਿਲੇ ਵੈਕਸੀਨ ਪੀਪੀਆਰ ਦੀ ਲਵਾਓ, ਕਿਉਂਕਿ ਜਾਨਵਰਾਂ ਨੂੰ ਸਰਦੀ ਦਾ ਅਟੈਕ ਨਾ ਹੋਵੇ ਤੇ ਜਾਨਵਰ ਤੁਹਾਡੇ ਬਿਮਾਰ ਨਾ ਹੋਵੇ। ਠੀਕ ਹੈ। ਦੂਸਰਾ ਸਾਰੇ ਇਹ ਸਾੜੂ ਦਾ ਮਸਲਾ ਆ ਗਿਆ ਜੀ। ਸਾੜੂ ਇਸ ਵਜ੍ਹਾ ਤੋਂ ਹੁੰਦਾ ਹੈ ਕਿ ਸਾੜੂ ਹੁੰਦਾ ਬਾਦੀ ਦੀ ਵਜ੍ਹਾ ਨਾਲ। ਅੱਛਾ। ਯਾਨੀ ਅਸੀਂ ਉਹਦੇ ਵਿੱਚ ਜੰਤਰ ਪਾਣੇ ਇਹ ਵੀ ਬਾਦੀ ਹੈ, ਕਣਕ ਪਾਣੇ ਇਹ ਵੀ ਬਾਦੀ ਹੈ, ਮੱਕੀ ਪਾਣੇ ਇਹ ਵੀ ਬਾਦੀ ਹੈ। ਯਾਨੀ ਤੁਸੀਂ ਜਿਤਨੀ ਖੁਰਾਕ ਅਸੀਂ ਜਾਨਵਰਾਂ ਨੂੰ ਦਿੰਦੇ ਆ ਨਾ, ਖਲ ਬਨੌਲਾ ਦਿੰਦੇ ਆ, ਬਾਦ ਹੈਗੀ ਹੈ, ਇਹਦੇ ਵਿੱਚ ਮੇਰਾ ਫਾਈਟ ਜ਼ਿਆਦਾ ਹੁੰਦੀ ਹੈ। ਜਿਤਨੀ ਤੁਸੀਂ ਹੈਵੀ ਡੋਜ਼ ਦੇਵੋਗੇ, ਬੜੇ ਲੋਕ ਸੋਸ਼ਲ ਮੀਡੀਆ ਤੇ ਜਿਹੜੇ ਬੰਦੇ YouTube ਚੈਨਲਾਂ ਤੇ ਵੀਡੀਓ ਰਿਸਰਚ ਕਰਦੇ ਰਹਿੰਦੇ ਨੇ, ਤਜਰਬਾਕਾਰ ਬੰਦਿਆਂ ਦੀਆਂ ਗੱਲਾਂ ਗੁਫ਼ਤਗੂ ਸੁਣਦੇ ਨੇ, ਉਹ ਲੋਕਾਂ ਨੂੰ ਬੜਾ ਫਾਇਦਾ ਹੋ ਜਾਂਦਾ ਹੈ। ਤੇ ਜਿਹੜੇ ਲੋਕ ਆਉਂਦੇ ਨੇ YouTube ਚੈਨਲ ਦੇ ਉੱਤੇ ਤਾਂ ਲੋਕ ਆਪਣੇ ਫਾਲੋਅਰ ਵਧਾਉਣ ਵਾਸਤੇ, ਵਾਚ ਟਾਈਮ ਵਧਾਉਣ ਵਾਸਤੇ, ਸਬਸਕ੍ਰਾਈਬਰ ਵਧਾਉਣ ਵਾਸਤੇ ਆਦਿ ਵੀਡੀਓ ਚਲਾਉਣ ਵਾਸਤੇ ਗਲਤ ਬਿਆਨੀ ਕਰਦੇ ਨੇ। ਮੇਰੇ ਦੋਸਤੋ, ਅੱਲਾ ਰੱਬੁਲ ਇੱਜ਼ਤ ਦੀ ਬਾਰਗਾਹ ਦੁਆ ਹੈ ਕਿ ਮੌਲਾ ਪੈਂਤਨ ਪਾਕ ਗਲਤ ਬਿਆਨੀ ਕਰਨ ਵਾਲਿਆਂ ਤੋਂ ਇਨਸਾਨ ਨੂੰ ਮਹਿਫੂਜ਼ ਰੱਖੇ। ਆਮੀਨ। ਤੇ ਇਨਸਾਨ ਜਿਸ ਲਈ ਗੁਫ਼ਤਗੂ ਕਰੇ ਨਾ ਜੀ ਸੋਸ਼ਲ ਮੀਡੀਆ ਤੇ, ਉਹ ਇਹ ਜ਼ੇਨ ਵਿੱਚ ਰੱਖ ਕੇ ਕਰੇ ਕਿ ਮੈਂ ਮਰਨਾ ਹੈ, ਮੈਂ ਇਸ ਦੁਨੀਆ ਤੋਂ ਜਾਣਾ ਹੈ। ਬੇਸ਼ੱਕ ਬੇਸ਼ੱਕ। ਉਹਦਾ ਜ਼ੇਨ ਪਹਿਲਾ ਸਵਾਲ ਇਹ ਹੋਣਾ ਚਾਹੀਦਾ, ਮੈਂ ਤੁਹਾਡੇ ਨਾਲ ਗੁਫ਼ਤਗੂ ਕਰ ਰਿਹਾ, ਮੈਂ ਜਾਮਿਆ ਬਾਤ ਕਰਾਂਗਾ, ਤਜਰਬੇਕਾਰ ਬਾਤ ਕਰਾਂਗਾ, ਜਿਸ ਤੇ ਮੈਂ ਖੁਦ ਆਪਣੇ ਜਾਨਵਰਾਂ ਨੂੰ ਸ਼ਿਫਟ ਕੀਤਾ। ਜਾਨਵਰਾਂ ਨੂੰ ਮੈਂ ਸਰਦੀਆਂ ਦੇ ਵਿੱਚ ਗੁਜ਼ਾਰਾ ਹੈ, ਮੇਰੇ ਜਾਨਵਰ ਜਿਸ ਚੀਜ਼ ਨਾਲ ਸਹੀ ਰਹਿਣ, ਮੈਂ ਉਹ ਤਜਰਬਾ ਹੀ ਸ਼ੇਅਰ ਕਰਨਾ ਬਿਲਕੁਲ। ਔਰ ਮੇਰੇ ਆਪਣੇ ਜਾਨਵਰ ਜਿਸ ਤਰੀਕੇ ਮੈਨੂੰ ਪਿਆਰੇ ਨੇ, ਇਸ ਤਰੀਕੇ ਪੂਰੀ ਦੁਨੀਆ ਤੇ ਜਿਤਨੇ ਸ਼ੌਕੀਨ ਹਨ ਸਭ ਦੇ ਜਾਨਵਰ ਮੈਨੂੰ ਪਿਆਰੇ ਨੇ ਬਿਲਕੁਲ ਇਸ ਤਰ੍ਹਾਂ। ਬਾਦੀ ਦੀ ਵਜ੍ਹਾ ਨਾਲ ਹੁੰਦਾ ਹੈ ਹਮੇਸ਼ਾ ਸਾੜੂ। ਤੁਸੀਂ ਸਾੜੂ ਦੇ ਵਾਸਤੇ ਜਿਸ ਵਕਤ ਬੱਕਰੀ ਸੂਣ ਵਾਲੀ ਹੁੰਦੀ ਹੈ ਤੇ ਮਹੀਨਾ ਰਹਿੰਦਾ ਹੈ ਨਾ, ਇੱਕ ਜੀ ਕਰ ਕਾਲੀ ਜੀਰੀ ਤੇ ਕਾਲੀਆਂ ਮਿਰਚਾਂ ਅੱਧੀ ਚਮਚੀ ਦੂਜੇ ਤੀਜੇ ਦਿਨ ਜਾਨਵਰ ਨੂੰ ਦੇਣੀ ਚਾਹੀਦੀ ਹੈ। ਗਰਮੀਆਂ ਹੋਣ ਜਾਂ ਸਰਦੀਆਂ ਹੋਣ? ਗਰਮੀਆਂ ਹੋਣ ਚਾਹੇ ਸਰਦੀਆਂ। ਲੋਕ ਆਖਦੇ ਨੇ ਕਾਲੀ ਜੀਰੀ ਤੇ ਗਰਮ ਹੈ, ਕੀ ਕਰੇਗੀ? ਕੁਛ ਨਹੀਂ ਕਰਦੀ। ਕਾਲੀ ਜੀਰੀ ਤੇ ਕਾਲੀਆਂ ਮਿਰਚਾਂ ਚਮਚੀ ਦਾ ਤੀਸਰਾ ਹਿੱਸਾ, ਇਹ ਤੁਸੀਂ ਜਿਹੜਾ ਨਾ ਇਸ ਨੂੰ ਦਿਓ ਆਦੇ ਜਾਨਵਰ ਨੂੰ। ਜਿਸੇ ਤੁਸੀਂ ਜਾਨਵਰ ਨੂੰ ਦਿਓਗੇ ਤੇ ਇਨਸ਼ਾਅੱਲਾ ਬੱਕਰੀ ਨੂੰ ਸਾੜੂ ਨਹੀਂ ਵੱਜੇਗਾ, ਬੱਕਰੀ ਨੂੰ ਅੰਗਾਰੀ ਨਹੀਂ ਪੈਦਾ ਹੋਏਗੀ, ਬੱਕਰੀ ਦੇ ਥਣ ਨਹੀਂ ਸੁੱਜਣਗੇ, ਬਰਾਬਰ ਚੱਡਾ ਰਹੇਗਾ। ਠੀਕ ਹੈ। ਫਾਰ ਐਗਜ਼ਾਮਪਲ ਤੁਹਾਡੀ ਬੱਕਰੀ ਨੂੰ ਸਾੜੂ ਹੋ ਗਿਆ, ਠੀਕ ਹੈ, ਹੁਣ ਤੁਸੀਂ ਪਰੇਸ਼ਾਨ ਹੋ ਗਏ ਕਿ ਸਾੜੂ ਦਾ ਅਸੀਂ ਕਰਨਾ ਕੀ ਹੈ, ਤਾਂ ਥਣ ਪੱਥਰ ਰੰਗੇ ਹੋ ਗਏ, ਸਖਤ ਹੋ ਗਏ ਨਾ, ਹੁਣ ਸਾਨੂੰ ਕੀ ਕਰਨਾ ਚਾਹੀਦਾ? ਉਸੇ ਵਕਤ ਸਾਨੂੰ ਸਾਦਾ ਨੈਚੁਰਲ ਚੀਜ਼ ਦੇਣੀ ਚਾਹੀਦੀ ਹੈ ਜੀ। ਯਾਨੀ ਦੜਾ ਮਰਚ, ਦਾਦੜ ਮਰਚ ਜਿਹੜੀ ਹੈ ਨਾ ਲਾਲ, ਠੀਕ ਹੈ, 2 ਚਮਚ ਲੈ ਕੇ ਤੇ 1 ਪਾਓ ਦਹੀਂ ਲੈ ਕੇ ਉਹਦੇ ਵਿੱਚ ਅੱਛੇ ਤਰੀਕੇ ਫਾਂਟ ਕੇ ਤੇ ਬੱਕਰੀ ਨੂੰ ਕੰਟੀਨਿਊ 3 ਦਿਨ ਲਗਾਤਾਰ ਦਿਓ। ਜ਼ਬਰਦਸਤ ਹੋ ਗਿਆ। ਉਸ ਤੋਂ ਬਾਅਦ ਤੁਸੀਂ 20 ਮਿਰਚਾਂ, ਕਾਲੀਆਂ ਮਿਰਚਾਂ ਤੁਸੀਂ ਸਵੇਰ ਦੇਣੀਆਂ ਤੇ 20 ਸ਼ਾਮ ਦੇਣੀਆਂ। ਠੀਕ ਹੈ। ਉਸ ਤੋਂ ਬਾਅਦ ਸਰ ਜੀ 1 ਕਿਲੋ ਲੈਮਨ ਲੈ ਲਓ, ਨਿੰਬੂ ਲੈ ਕੇ 5 ਨਿੰਬੂ ਤੁਸੀਂ ਕੋਈ ਸਵੇਰ ਖਵਾ ਦਿਓ, 5 ਨਿੰਬੂ ਸ਼ਾਮ ਖਵਾ ਦਿਓ, ਨਾਲ ਚੀਨੀ ਖਵਾ ਦਿਓ ਜੀ। ਲੈਮਨ ਦੇ ਨਾਲ ਚੀਨੀ ਖਵਾ ਦਿਓ, ਠੀਕ ਹੈ, ਨਾ ਖਵਾਓ ਕੋਈ ਹਰਜ ਨਹੀਂ। ਲੈਮਨ ਦੇ ਨਾਲ ਜਾਨਵਰ ਦੇ ਫਿਲਟਰ ਵੀ ਖੁੱਲ ਜਾਣਗੇ, ਜਾਨਵਰ ਦਾ ਸਾੜੂ ਦਾ ਮਸਲਾ ਵੀ ਹੱਲ ਹੋਏਗਾ, ਕਾਲੀ ਮਿਰਚ ਨਾਲ ਸਾੜੂ ਦਾ ਮਸਲਾ ਹੱਲ ਹੋਏਗਾ, ਕਾਲੀ ਜੀਰੀ ਨਾਲ ਸਾੜੂ ਦਾ ਮਸਲਾ ਹੱਲ ਹੋਏਗਾ, ਲਾਲ ਮਿਰਚ ਨਾਲ ਆਪਣਾ ਸਾੜੂ ਦਾ ਮਸਲਾ ਹੱਲ ਹੁੰਦਾ ਹੈ ਜੀ। ਕਾਰੀ ਸਾਹਿਬ ਇਸ ਦੇ ਵਿੱਚ ਇੱਕ ਚੀਜ਼ ਮੈਂ ਐਡ ਕਰਾਂਗਾ, ਮਾਜ਼ਰਤ ਭਾਈ, ਸਰਦੀਆਂ ਆ ਰਹੀਆਂ, ਸਰਦੀਆਂ ਦੇ ਵਿੱਚ ਕਿੰਨੂ ਬਹੁਤ ਜ਼ਿਆਦਾ ਆ ਰਿਹਾ, ਤੁਸੀਂ ਅਗਰ ਬੱਕਰੀਆਂ ਨੇ ਸਾੜੂ ਦਾ ਮਾਮਲਾਤ ਨੇ, ਅਗਰ ਨਿੰਬੂ ਨਹੀਂ ਮਿਲ ਰਿਹਾ ਤਾਂ ਤੁਸੀਂ ਉਹ ਕਿੰਨੂ ਜਿਹੜਾ ਹੈ ਉਹ ਵੀ ਖਿਲਾ ਸਕਦੇ ਹੋ। ਉਹਦੇ ਵਿੱਚ ਵੀ ਸਾੜੂ ਵਾਸਤੇ ਜਿਹੜਾ ਨਾ ਬੜਾ ਉਹ ਅਹਿਮ ਕਿਰਦਾਰ ਅਦਾ ਕਰਦਾ। ਉਸ ਨਾਲ ਵੀ ਸਹੀ ਕਿੰਨੂ ਵੀ ਤੁਸੀਂ ਸਹੀ ਫਰਮਾ ਰਹੇ ਨੇ ਮਲਕ ਸਾਹਿਬ, ਕਿੰਨੂ ਵੀ ਦੇ ਸਕਦੇ ਨੇ, ਫਰੂਟਰ ਦੇ ਸਕਦੇ ਨੇ ਜੀ।
ਤੁਸੀਂ ਇੱਕ ਖੱਟੀ ਹੁੰਦੀ ਹੈ, ਖੱਟੀ ਉਹਨੂੰ ਸੱਦੇ ਜੀ ਨਿੰਬੂ ਦੀ ਕਿਸਮ ਹੈ ਬਿਲਕੁਲ ਨਿੰਬੂ ਦੀ ਕਿਸਮ ਹੁੰਦੀ ਹੈ, ਖੱਟੀ ਹੁੰਦੀ, ਖੱਟੀ ਬਹੁਤ ਜ਼ਿਆਦਾ ਹੁੰਦੀ ਜੀ। ਹੈ, ਤੁਸੀਂ ਉਹ ਵੀ ਦੇ ਸਕਦੇ ਨੇ ਜੀ ਠੀਕ ਹੋ ਗਿਆ। ਮਲਕ ਸਾਹਿਬ ਪਹਿਲੇ ਹੁੰਦਾ ਇੰਤਜ਼ਾਰ 6 ਮਹੀਨੇ ਫਰੂਟ ਦਾ ਕਰੀਦਾ ਸੀ ਕਿ 6 ਮਹੀਨੇ ਬਾਅਦ ਫਲਾਣਾ ਫਰੂਟ ਆਣਾ ਹੈ ਤੇ ਅਸੀਂ ਖਾਣਾ ਹੈ। ਠੀਕ ਹੈ। ਫਿਰ ਫਸਲ ਦਾ ਇੰਤਜ਼ਾਰ ਕਰੀਦਾ ਸੀ ਕਿ ਫਲਾਣੇ ਮਹੀਨੇ ਦੇ ਵਿੱਚ ਫਲਾਣੀ ਫਸਲ ਆਏਗੀ ਤੇ ਅਸੀਂ ਉਹਨੂੰ ਖਾਵਾਂਗੇ ਤੇ ਆਪਣੀ ਨਵੀਂ ਕਰਾਂਗੇ ਫਸਲ। ਮਲਕ ਸਾਹਿਬ ਐਸਾ ਵਕਤ ਆ ਗਿਆ ਹੈ ਕਿ 12 ਮਹੀਨੇ 30 ਦਿਨ ਤੁਹਾਨੂੰ ਦੁਨੀਆ ਦੀ ਹਰ ਚੀਜ਼ ਮਿਲ ਰਹੀ ਹੈ ਬਿਲਕੁਲ ਇਸ ਤਰ੍ਹਾਂ। ਮੌਸਮੀ ਬੇਮੌਸਮੀ ਸਬਜ਼ੀਆਂ, ਫਰੂਟ, ਨਿੰਬੂ, ਦੁਨੀਆ ਦੀ ਹਰ ਚੀਜ਼ ਬੇਮੌਸਮੀ ਤੁਹਾਨੂੰ ਮਿਲ ਰਹੀ ਹੈ। ਕਾਰੀ ਸਾਹਿਬ ਇਹ ਜਿਹੜਾ ਸਾੜੂ ਦਾ ਹੈ ਇਹਦੇ ਵਿੱਚ ਅਸੀਂ ਘੀ ਵੀ ਇਸਤੇਮਾਲ ਕਰਾ ਸਕਦੇ ਹਾਂ, ਡਾਲਡਾ ਜਾਂ ਦੇਸੀ? ਡਾਲਡਾ ਘੀ ਦੇ ਸਕਦੇ ਨੇ, ਦੇਸੀ ਘੀ ਦੇ ਸਕਦੇ ਨੇ। ਉਹਦੇ ਵਿੱਚ ਤੁਸੀਂ ਇਸ ਤਰੀਕੇ ਦੇ ਸਕਦੇ ਨੇ ਕਿ ਘਿਓ ਦੇ ਨਾਲ ਨਾਲ ਜੀ ਥੋੜਾ ਜਿਹਾ ਤੁਸੀਂ ਨਾ ਵਿੱਚ ਅਜਵਾਇਨ ਪਾ ਲੈਣੀ ਹੈ। ਠੀਕ ਹੈ। ਅਜਵਾਇਨ ਥੋੜੀ ਜਿਹੀ ਉੱਤੇ ਘਿਓ ਦੇ ਰੱਖ ਕੇ ਤੇ ਬੱਕਰੀ ਨੂੰ ਦੇ ਦਿਓ, ਕਿਉਂਕਿ ਖੁਸ਼ਕ ਜਿਸਲ ਹੁੰਦਾ ਹੈ ਨਾ ਜਾਨਵਰ ਅੰਦਰੋਂ ਜੀ ਤੇ ਉਹਨੂੰ ਜਿਸ ਟਾਈਮ ਮਸਾਲੇ ਜਾਤ ਨਹੀਂ ਦਿੱਤੇ ਜਾਂਦੇ, ਹਰੀ ਚਟਣੀ ਨਹੀਂ ਦਿੱਤੀ ਜਾਂਦੀ ਤੇ ਫਿਰ ਜਾਨਵਰ ਨੂੰ ਇਹ ਸਾੜੂ ਹੁੰਦਾ ਹੈ। ਇਹਦੇ ਨਾਲ ਤੁਸੀਂ ਇੱਕ ਚੀਜ਼ ਹੋਰ ਵੀ ਐਡ ਕਰਨੀ ਹੈ, ਜਿਹੜਾ ਲਸਣ ਹੁੰਦਾ ਹੈ। ਲਸਣ ਦੇ ਇੱਕ ਗੰਢੀ ਦੇ ਵਿੱਚ 12 ਤੁਰੀਆਂ ਹੁੰਦੀਆਂ। ਠੀਕ ਹੈ। ਉਹ ਯਾਨੀ 12 ਤੁਰੀਆਂ ਛਿੱਲ ਕੇ ਤੇ ਤੁਸੀਂ ਕਿਸੇ ਵਿੱਚ 10 ਹੁੰਦੀਆਂ, ਕਿਸੇ 11 ਹੁੰਦੀਆਂ, ਕਿਸੇ 'ਚ 12 ਹੁੰਦੀਆਂ। ਲਸਣ ਲੈ ਕੇ ਤੇ ਉਹਨੂੰ ਛਿੱਲ ਕੇ ਉਸ ਨੂੰ ਬੱਕਰੀ ਨੂੰ ਵੈਸੇ ਖਵਾ ਦਿਓ ਤਾਂ ਫਾਇਦਾ ਹੈ, ਨਾ ਖਵਾਓ ਤਾਂ ਦੁੱਧ ਲੈ ਲਓ ਨਾਲ ਗੁੜ ਲੈ ਲਓ ਤੇ ਲਸਣ ਲੈ ਲਓ, ਇਹਦੀ ਖੀਰ ਬਣਾ ਕੇ ਬੱਕਰੀ ਨੂੰ ਦਿਓ, ਤੁਹਾਡੀ ਬੱਕਰੀ ਦਾ ਚੱਡਾ ਫਿਰ ਵੀ ਠੀਕ ਹੋ ਜਾਏਗਾ। ਕੀ ਬਾਤ। ਫਾਰ ਐਗਜ਼ਾਮਪਲ ਤੁਸੀਂ ਪਹਿਲੇ ਇੰਜੈਕਸ਼ਨ ਲਾ ਦਿੱਤੇ ਜਾਂ ਬੱਕਰੀ ਦਾ ਥਣ ਸਖਤ ਹੋਇਆ, ਡਾਕਟਰ ਆਏ ਉਸਨੇ ਐਂਟੀਬਾਇਓਟਿਕ ਟੀਕੇ ਲਾ ਦਿੱਤੇ, ਉਸ ਟੀਕਿਆਂ ਦੇ ਨਾਲ ਤੁਹਾਡਾ ਇਹ ਹੋਏਗਾ ਕਿ ਸਾੜੂ ਤੇ ਫਰਕ ਪਵੇ ਨਾ ਪਵੇ, ਤੁਹਾਡੀ ਬੱਕਰੀ ਦੁੱਧ ਸਾੜ ਜਾਏਗੀ, ਦੁੱਧ ਖਤਮ ਕਰ ਜਾਏਗੀ। ਜਿਸੇ ਦੁੱਧ ਖਤਮ ਹੋ ਗਿਆ ਤਾਂ ਅਗਾ ਬੱਚਿਆਂ ਨੂੰ ਦੁੱਧ ਕਿਵੇਂ ਪਵਾਓਗੇ? ਬੱਚੇ ਵੀ ਤੁਹਾਡੇ ਐਕਸਪਾਇਰ ਹੋ ਜਾਣਗੇ, ਨਾਲ ਤੁਹਾਡੀ ਮੇਰਾ ਮਤਲਬ ਹੈਗਾ ਕਿ ਬੱਕਰੀ ਦਾ ਦੁੱਧ ਵੀ ਖਤਮ ਹੋ ਜਾਏਗਾ। ਕਾਰੀ ਸਾਹਿਬ ਨਾਲ ਤੇਲ ਦੇ ਬਾਰੇ ਵੀ ਦੱਸੋ ਜੀ, ਜਿਹੜਾ ਬੱਕਰੀ ਨੂੰ ਤੇਲ ਦੇਣਾ ਉਹ ਵੀ ਦੱਸੋ। ਆਏ ਦਿਨ ਜਿਹੜੇ ਜਾ ਰਹੇ ਨਾ ਜੀ ਆਏ ਮਲਕ ਸਾਹਿਬ, ਇਹਨਾਂ ਦਿਨਾਂ ਦੇ ਵਿੱਚ ਸਰੋਂ ਦਾ ਤੇਲ ਦੇਣਾ ਬਹੁਤ ਜ਼ਰੂਰੀ ਹੈ। ਸਰੋਂ ਦਾ ਤੇਲ ਤੁਸੀਂ ਫੀ ਬੱਕਰੀ ਨੂੰ ਕਿਲੋ 1.5 ਕਿਲੋ ਇਸ ਟਾਈਮ ਸਰੋਂ ਦਾ ਤੇਲ ਦਿਓ। ਠੀਕ ਹੈ। ਕਿਸ ਤਰੀਕੇ ਦੇਣਾ ਹੈ? ਦਹੀਂ ਪਾ ਲਓ ਵਿੱਚ, ਦਹੀਂ ਪਾ ਕੇ ਆਦੀਆਂ ਬੱਕਰੀਆਂ ਦਾ ਹਿਸਾਬ ਲਾ ਲਓ ਕਿ ਫੀ ਬੱਕਰੀ ਨੂੰ ਤੁਸੀਂ ਅੱਧ ਪਾ ਦੇਣਾ, ਛਟਾਂਕ ਤੇਲ ਦੇਣਾ ਹੈ। ਲੋਕ ਫਿਰ ਪੁੱਛਦੇ ਨੇ, ਵੀਡੀਓ ਵੇਖਣ ਤੋਂ ਬਗੈਰ ਆਖਦੇ ਨੇ ਕਿ ਅਸੀਂ ਕਿਤਨਾ ਦੇਣਾ ਹੈ। ਤੁਸੀਂ ਕੁਆਂਟੀਟੀ ਜਾਨਵਰਾਂ ਦੇ ਸਿਰ ਤੇ ਬਣਾਣੀ ਹੈ, ਤੁਹਾਡੇ ਕਿਤਨੇ ਜਾਨਵਰ ਨੇ ਉਹਦੇ ਮੁਤਾਬਿਕ ਤੁਸੀਂ ਆਪਣਾ ਸ਼ੁਰੂ ਕਰ ਦਿਓ। ਕਾਰੀ ਸਾਹਿਬ ਇੱਕ ਰੌਲਾ ਹੋਰ ਵੀ ਹੈ ਜੀ ਭਾਈ, ਇਹ ਮੌਸਮ ਚੱਲ ਰਿਹਾ ਜਨਾਬ ਅੱਲਾ ਬੱਕਰੀਆਂ ਕ੍ਰਾਸ ਕਰਾਉਣ ਦਾ, ਕ੍ਰਾਸਿੰਗ ਦਾ ਵੀ ਸੀਜ਼ਨ ਚੱਲਦਾ ਪਿਆ, ਸਟਾਰਟ ਹੋ ਗਿਆ। ਅੱਜ 22 ਸਤੰਬਰ ਹੋ ਗਈ। ਠੀਕ ਹੈ। ਤੇ ਇਹ ਫਿਰ ਜੇ ਅਗਰ ਤੇਲ ਦੇਾਂਗੇ ਜਿਹੜੀ ਬੱਕਰੀਆਂ ਹੀਟ ਚ ਆਉਣ ਵਾਲੀਆਂ ਉਹ ਤਾਂ ਫਿਰ ਰੁਕ ਨਹੀਂ ਜਾਣਗੇ ਸਾਹਿਬ। 12 ਮਹੀਨੇ 30 ਦਿਨ ਘਿਓ ਤੇਲ, ਤਿਲਾਂ ਦਾ ਤੇਲ, ਸਰਦੀ ਦੇ ਮਹੀਨਿਆਂ ਤਿਲਾਂ ਦਾ ਤੇਲ ਦੇਣਾ ਚਾਹੀਦਾ ਤੇ ਸਰੋਂ ਦਾ ਤੇਲ ਤੁਸੀਂ 12 ਮਹੀਨੇ 30 ਦਿਨ ਦਿਓ। ਤਾਰਾਂ ਬਿਜਲੀ ਦੀਆਂ ਦੋ ਚੱਲਦੀਆਂ ਨੇ ਮਲਕ ਸਾਹਿਬ ਜੀ, ਇੱਕ ਠੰਡੀ ਹੁੰਦੀ ਹੈ, ਗਰਮ ਹੁੰਦੀ ਹੈ। ਅੱਛਾ। ਕਿਆ ਸਰਦੀ ਦੇ ਵਿੱਚ ਤੁਸੀਂ ਗਰਮ ਖੁਰਾਕ ਪਾਓਗੇ ਤੇ ਗਰਮ ਦੇ ਨਾਲ ਤੁਸੀਂ ਗਰਮ ਤੇਲ ਦਿੰਦੇ ਨੇ ਤਿਲਾਂ ਦਾ, ਦੋਨੋਂ ਖੁਰਾਕਾਂ ਗਰਮ ਹੋ ਗਈਆਂ। ਠੀਕ ਹੈ। ਬੱਕਰੀ ਉੱਤੋਂ ਸਰਦੀ ਪੰਦੀ ਹੈ ਬਹੁਤ ਜ਼ਿਆਦਾ, ਬੱਕਰੀ ਅੰਦਰੋਂ ਕਮਰਿਆਂ ਦੇ ਬਾਹਰ ਨਿਕਲ ਕੇ ਬਾਹਰਲੇ ਸੇਨ 'ਚ ਬੈਠਦੀ ਹੈ। ਆਇਆ ਕਿ ਤੁਸੀਂ ਗਰਮ ਖੁਰਾਕ ਦੇ ਨਾਲ ਸਰੋਂ ਦੀਆਂ 2 ਸਰੁੰਜਾਂ ਜਾਂ 1 ਸਰੁੰਜ ਜਾਨਵਰ ਨੂੰ ਦੇ ਦਿਓਗੇ ਤਾਂ ਕੋਈ ਮਸਲਾ ਨਹੀਂ, ਕੋਈ ਮਸਲਾ ਨਹੀਂ। ਸਰੋਂ ਦਾ ਤੇਲ ਉਸ ਵਕਤ ਨੁਕਸਾਨ ਕਰਦਾ ਜਿਸ ਟਾਈਮ ਸਰੋਂ ਦਾ ਤੇਲ ਦੇ ਦਿਓ ਤੇ ਉੱਤੋਂ ਬਾਰਿਸ਼ ਪੈ ਜਾਵੇ, ਜਾਨਵਰ ਤੁਹਾਡਾ ਇਕੱਠਾ ਹੋ ਜਾਂਦਾ ਹੈ। 2-3 ਦਿਨ ਵਾਸਤੇ ਸਟਕ ਹੁੰਦਾ, ਉਸ ਤੋਂ ਬਾਅਦ ਫਿਰ ਖੁੱਲ ਜਾਂਦਾ। ਮੈਂ ਕਹਿੰਦਾ ਕਾਰੀ ਸਾਹਿਬ ਥੋੜੀ ਜਿਹੀ ਇੱਕ ਹੋਰ ਵਜ਼ਾਹਤ ਕਰ ਦਿਓ ਕਿ ਜਿਨ੍ਹਾਂ ਦੋਸਤਾਂ ਨੇ ਬੱਕਰੀਆਂ ਬਿਲਕੁਲ ਕ੍ਰਾਸਿੰਗ ਟਾਈਮ ਹੋ ਗਿਆ, ਬੱਕਰੀਆਂ ਉਹਨਾਂ ਕ੍ਰਾਸ ਕਰਾਉਣੀਆਂ ਤਾਂ ਉਹਦਾ ਬਿਹਤਰੀਨ ਤਰੀਕਾਕਾਰ ਇਹ ਹੈ ਕਿ ਬੱਕਰੀ ਕ੍ਰਾਸ ਕਰਵਾ ਲਓ ਤੇ ਉਸ ਤੋਂ ਬਾਅਦ ਪ੍ਰੋਸੈਸ ਸ਼ੁਰੂ ਕਰ ਦਿਓ। ਸਰ ਇਹ ਹੈਗਾ ਕਿ ਕਿਉਂਕਿ ਕਾਰੀ ਸਾਹਿਬ ਇੱਕ ਚੀਜ਼ ਹੋਰ ਜ਼ਿਹਨ 'ਚ ਸਵਾਲ ਆਉਂਦਾ ਹੈ, ਮੈਂ ਤੁਹਾਡੀ ਗੱਲ ਨਾਲ ਵਜ਼ਾਹਤ ਕਰਨਾ, ਸਵਾਲ ਆਉਂਦਾ ਹੈ ਕਿਉਂਕਿ ਤੇਲ ਠੰਡਾ ਹੁੰਦਾ ਹੈ ਔਰ ਇਸ ਸੀਜ਼ਨ ਜਿਹੜਾ ਨਾ ਬੜਾ ਬਿਹਤਰੀਨ ਸੀਜ਼ਨ ਜਾ ਰਿਹਾ ਬੱਕਰੀਆਂ ਕ੍ਰਾਸ ਕਰਾਉਣ ਨਾਲ। ਇਹ 9ਵੇਂ ਦੀ 22 ਹੋ ਗਈ, ਇਹ 10ਵੇਂ ਨੇ ਪਹਿਲਾ ਹਫਤਾ, 9ਵੇਂ ਦਾ ਆਖਰ ਤੱਕ ਇਹ ਬੱਕਰੀਆਂ ਕ੍ਰਾਸ ਕਰਾਉਣੀ ਚਾਹੀਦੀਆਂ ਨੇ। ਠੀਕ ਹੈ। ਤੇ ਸਰੋਂ ਦਾ ਤੇਲ ਅਗਰ ਤੁਸੀਂ ਇਹਨਾਂ 10-15 ਦਿਨਾਂ 'ਚ ਨਾ ਦਿਓ, ਬੱਕਰੀ ਕ੍ਰਾਸ ਕਰਵਾ ਲਓ, ਉਸ ਤੋਂ ਬਾਅਦ ਪ੍ਰੋਸੈਸ ਕਰਾ ਦਿਓ। ਕੀ ਕਹਿੰਦੇ ਹੋ ਕਾਰੀ ਸਾਹਿਬ? ਹਾਂਜੀ ਇਹ ਬਿਲਕੁਲ ਠੀਕ ਹੈ। ਬੱਕਰੀਆਂ ਚੰਦ ਦਿਨਾਂ ਵਾਸਤੇ ਹੁੰਦੀਆਂ ਠੰਡੀਆਂ, ਉਸ ਤੋਂ ਬਾਅਦ ਫਿਰ ਹੀਟ ਤੇ ਆ ਜਾਂਦੀਆਂ ਕਿਉਂਕਿ ਬੱਕਰਾ ਜਿਸ ਟਾਈਮ ਬੱਕਰੀਆਂ ਛੁੱਟਦਾ ਹੈ ਨਾ ਜੀ, ਜੀ ਕਰ ਸਾਹਿਬ, ਬੱਕਰਾ ਇੱਕ ਬੱਕਰੀ ਕ੍ਰਾਸ ਹੁੰਦੀ ਹੁੰਦੇ ਮੁਸ਼ਕ ਦੇ ਨਾਲ ਬੱਕਰਾ ਬੋਲਦਾ ਹੈ
ਆਟੋਮੈਟਿਕ ਬੱਕਰੀਆਂ ਕਰਾਸ ਹੋ ਜਾਂਦੀਆਂ ਨੇ। ਬਿਲਕੁਲ ਇਸ ਤਰ੍ਹਾਂ ਯਾਨੀ ਜਿਸ ਬੰਦੇ ਬੱਕਰੀਆਂ ਰੱਖੀਆਂ ਨਾ ਉਹਦੇ ਕੋਲ ਬੱਕਰਾ ਹੋਣਾ ਤਾਂ ਜ਼ਰੂਰੀ ਹੈ। ਜ਼ਰੂਰੀ ਬਿਲਕੁਲ ਜਿਸੇ ਬੱਕਰਾ ਹੋਏਗਾ ਤਾਂ ਸਾਲ 2 ਸੂਏ ਲਏਗਾ, ਜੇ ਬੱਕਰਾ ਨਾ ਹੋਏਗਾ ਤਾਂ ਸੂਏ ਨਹੀਂ ਲੈ ਸਕੇਗਾ। ਨਹੀਂ ਲੈ ਇੱਕ ਸਕਦਾ। ਨੰਬਰ। ਦੂਜੇ ਨੰਬਰ ਤੇਲ ਜਿਹੜਾ ਹੈਗਾ ਨਾ ਇੱਕ ਦਿਨ ਛੱਡ ਕੇ ਅੱਜ ਦੇ ਤੇਲ ਦੇਣਾ ਹੈ ਨਾ ਜੀ, ਤੇ 3 ਦਿਨ ਛੱਡ ਕੇ ਫਿਰ ਤੇਲ ਦੇਣਾ। ਕਾਰੀ ਸਾਹਿਬ ਸਵਾਲ ਹੈ ਕਿ ਜਿਹੜੇ ਛੋਟੇ ਬੱਚੇ ਪੈਦਾ ਹੁੰਦੇ ਨੇ ਜੀ ਉਹ ਕਿਤਨੇ ਦਿਨ ਦਾ ਬੱਚਾ ਹੋਵੇ ਉਹਨੂੰ ਤੁਸੀਂ ਸਰੋਂ ਦਾ ਤੇਲ ਸਟਾਰਟ ਕਰਾ ਦਿਓ? 2 ਮਹੀਨੇ ਤੋਂ ਬਾਅਦ ਦੇਣਾ ਚਾਹੀਦਾ ਜੀ। 2 ਮਹੀਨੇ ਤੋਂ ਬਾਅਦ? 2 ਮਹੀਨੇ ਪਹਿਲੇ ਤੁਸੀਂ ਦਿਓਗੇ ਨਾ ਤਾਂ ਦੁੱਧ ਪੀਂਦਾ ਉਹਨਾਂ ਨੂੰ ਮੋਸ਼ਨ ਲੱਗ ਜਾਣਗੇ, ਮੋਸ਼ਨ ਲੱਗਣਗੇ ਤੇ ਤੁਹਾਡੇ ਤੋਂ ਕੰਟਰੋਲ ਨਹੀਂ ਹੋਣਾ। ਨਵੇਂ ਲੋਕ ਹੁੰਦੇ ਨੇ, ਉਹਨਾਂ ਗਰੀਬਾਂ ਨੂੰ ਪਤਾ ਨਹੀਂ ਲੱਗਦਾ, ਉਹ ਨੁਕਸਾਨ ਕਰ ਲੈਂਦੇ ਨੇ ਆਪਣਾ। ਅੱਛਾ। ਬੱਚਾ ਪੈਦਾ ਹੋਵੇ ਜਿਸ ਟਾਈਮ ਬੱਕਰੀ ਸੁੰਦੀ ਏ, ਉਸ ਨੂੰ ਤੁਸੀਂ ਜ਼ਮੀਨ ਤੋਂ 4 ਫੁੱਟ ਉੱਚਾ ਕਰਕੇ ਜੰਗਲੇ ਦੇ ਵਿੱਚ ਰੱਖੋ। ਠੀਕ ਹੈ। ਉਹ ਜੰਗਲੇ ਚੋਂ ਕੱਢੋ, ਦੁੱਧ ਪਿਆਓ, ਦੁੱਧ ਪਿਆ ਕੇ ਜੰਗਲੇ 'ਚ ਫਿਰ ਬੱਚੇ ਨੂੰ ਦੇ ਦਿਓ। ਠੀਕ ਹੈ। ਬੱਚੇ ਥੱਲੇ ਹੁੰਦੇ ਨੇ, ਮਿੱਟੀ ਖਾਂਦੇ ਨੇ ਜੀ। ਬੱਚੇ ਗਲਤ ਚੀਜ਼ਾਂ ਨੂੰ ਮੂੰਹ ਮਾਰਦੇ ਨੇ, ਦੁੱਧ ਪੀਂਦੇ ਨੇ, ਉਹਨਾਂ ਨੂੰ ਮੋਸ਼ਨ ਲੱਗ ਜਾਂਦੇ ਨੇ। ਮੋਸ਼ਨ ਲੱਗਦੇ ਨੇ, ਉਹਨਾਂ ਦੇ ਨਮਕੀਆਤ ਖਤਮ ਹੋ ਜਾਂਦੀ ਹੈ ਬਾਡੀ ਚੋਂ, ਉਹਨਾਂ ਦਾ ਪਾਣੀ ਖਤਮ ਹੋ ਜਾਂਦਾ, ਗਲੂਕੋਜ਼ ਖਤਮ ਹੋ ਜਾਂਦਾ, ਬੱਚਾ ਐਕਸਪਾਇਰ ਹੋ ਜਾਂਦਾ। ਜਿੰਨੇ ਬੱਚੇ ਨੂੰ ਤੁਸੀਂ ਉੱਚੇ ਪਿੰਜਰੇ 'ਚ ਫੱਟੇ ਥੱਲੇ ਰੱਖ ਕੇ ਸਾਫ਼ ਸੁਥਰੀ ਜਗ੍ਹਾ ਤੇ ਰੱਖੋਗੇ, ਤੁਹਾਡਾ ਜਾਨਵਰ ਉਤਨਾ ਜਲਦੀ ਸਰਵਾਈਵ ਕਰੇਗਾ। ਤਾਂ ਜਿਸ ਵੇਲੇ ਬੱਚਾ ਪੈਦਾ ਹੁੰਦਾ ਉਹਨੂੰ ਬੌਲੀ ਦਾ ਦੁੱਧ ਪਿਆਣਾ ਬਹੁਤ ਜ਼ਰੂਰੀ ਹੈ ਜੀ। ਉਹਨੂੰ 2-3 ਦਿਨ ਤੁਸੀਂ ਦੁੱਧ ਪਿਆਓ। ਦੁੱਧ ਪਿਆਉਣ ਤੋਂ ਬਾਅਦ ਬੱਕਰੇ ਨੂੰ ਉਹਨੂੰ ਮਿੱਟੀ ਤੋਂ ਬਚਾਓ ਤੇ ਫਿਰ ਬਾਅਦ ਜ਼ਿਆਦਾ ਦੁੱਧ ਪੀਂਦਾ ਜਾਏਗਾ, ਗਰੋਥ ਕਰਦਾ ਜਾਏਗਾ। ਜੀ ਦੋਸਤੋ, ਸਾਡੀ ਵੀਡੀਓ ਦੇ ਜਿਤਨਾ ਟਾਈਮ ਦਾ ਸਾਡਾ ਪਲਾਨ ਸੀ ਉਹ 21 ਮਿੰਟ ਦੀ ਵੀਡੀਓ ਬਣ ਗਈ ਹੈ ਤੇ ਅਸੀਂ ਵੀਡੀਓ ਅਗਰ ਇੱਥੇ ਕੰਟੀਨਿਊ ਰੱਖੀਏ ਤਾਂ ਹੋ ਸਕਦਾ ਇਹ ਗੁਫ਼ਤਗੂ 1.5 ਤੋਂ 2 ਘੰਟੇ ਦੀ ਵੀਡੀਓ ਬਣ ਸਕਦੀ, क्योंकि अल्हम्दुलिल्लाह कारी साहब को बड़ा एक्सपीरियंस है और साढ़े को भी बहुत ज़्यादा सवाल ने। इंशाअल्लाह अगली मीटिंग कारी साहब ਨਾਲ बहुत जल्द होएगी ਤੇ ਅਗਲੀ ਵੀਡੀਓ ਦਾ ਤੁਸੀਂ ਇੰਤਜ਼ਾਰ ਕਰੋ। ਇਸ ਵੀਡੀਓ ਨੂੰ ਵਾਚ ਕਰੋ ਔਰ ਤੁਸੀਂ ਆਪਣੇ ਜਿਹੜੇ ਸਵਾਲ ਨੇ ਕਮੈਂਟ ਸੈਸ਼ਨ ਵਿੱਚ ਕਰ ਸਕਦੇ ਹੋ ਤੇ ਮਿਲਦੇ ਹਾਂ ਨੈਕਸਟ ਖੂਬਸੂਰਤ ਜੀ ਵੀਡੀਓ ਦੇ ਨਾਲ। ਆਪਣੀਆਂ ਦੁਆਵਾਂ ਯਾਦ ਰੱਖਣਾ। ਅੱਲਾ ਹਾਫਿਜ਼।